ਅਸੀਂ ਪੜ੍ਹ ਰਹੇ ਸੀਗੇ ਨਰਵਸ ਸਿਸਟਮ ਬਾਰੇ। ਅੱਜ ਅਸੀਂ ਪੜ੍ਹਾਂਗੇ ਸਪਾਈਨਲ ਕੋਰਡ ਬਾਰੇ। ਸਪਾਈਨਲ ਕੋਰਡ ਜਿਹੜੀ ਆ ਸਾਡੀ ਰੀੜ੍ਹ ਦੀ ਹੱਡੀ ਦੇ ਵਿੱਚ ਇੱਕ ਛੋਟਾ ਜਿਹਾ ਬਰੀਕ ਜਿਹਾ ਲੰਬਾ ਸਾਰਾ ਧਾਗਾ ਹੁੰਦਾ ਆ, ਇਹਨੂੰ ਆਪਾਂ ਸਪਾਈਨਲ ਕੋਰਡ ਕਹਿੰਦੇ ਆ। ਇਹ ਸ਼ੁਰੂ ਹੁੰਦਾ ਜੀ ਬ੍ਰੇਨ ਤੋਂ ਅਤੇ ਐਂਡ ਇਹਦਾ ਹੁੰਦਾ ਜਾ ਕੇ ਸਾਡੀ ਹਿਪਸ ਦੀ ਬੋਨ 'ਤੇ। ਚਲੋ ਪੜ੍ਹਦੇ ਹਾਂ ਇਹਦੇ ਬਾਰੇ। The spinal cord is a thick cord of nerve tissue that extends down from the brainstem. brainstem ਮਤਲਬ ਲਾਸਟ ਵਾਲਾ ਬ੍ਰੇਨ ਦਾ ਹਿੱਸਾ, ਉਹਦੇ ਤੋਂ ਇਹ ਸਟਾਰਟ ਹੁੰਦੀ ਹੈ ਅਤੇ ਇਹ ਐਕਸਟੈਂਡ ਕਰਦੀ ਹੈ ਲਾਸਟ ਤੱਕ। ਜਿਹੜੀ ਹਿਪ ਬੋਨ ਹੁੰਦੀ ਸਾਡੀ ਇੱਥੇ, ਉਹਦੇ ਤੱਕ ਐਕਸਟੈਂਡ ਕਰਦੀ ਆ ਅਤੇ ਇਹਦੇ ਵਿੱਚ ਇਹਦੀ ਜਿਹੜੀ ਪ੍ਰੋਟੈਕਸ਼ਨ ਕਰਦੀ ਆ ਉਹ ਹੈਗੀ ਸਾਡੀ ਬੈਕਬੋਨ। ਉਹਦੇ ਵਿੱਚ 33 ਜਿਹੜੇ ਮਣਕੇ ਹੁੰਦੇ ਆ। ਮਣਕੇ ਮਤਲਬ ਹੱਡੀਆਂ ਦਾ ਇਸ ਤਰ੍ਹਾਂ ਦਾ ਅਰੇਂਜਮੈਂਟ ਹੁੰਦਾ ਆ ਕਿ ਉਹ ਅਲੱਗ-ਅਲੱਗ ਹੁੰਦੀਆਂ ਬਟ ਫਿਰ ਵੀ ਇੱਕ ਤਾਰ ਦੇ ਵਿੱਚ ਉਹ ਜਿਵੇਂ ਜੁੜੀਆਂ ਹੁੰਦੀਆਂ, ਇਸ ਤਰ੍ਹਾਂ ਜੁੜੀਆਂ ਹੋਈਆਂ ਇੱਕ ਦੂਜੇ ਦੇ ਨਾਲ। ਇਟ ਇਜ਼ ਸਰਾਊਂਡਡ ਐਂਡ ਪ੍ਰੋਟੈਕਟਡ ਬਾਈ ਦ ਬੈਕਬੋਨ, ਜਿਹਦੀ ਹੁਣ ਆਪਾਂ ਗੱਲ ਕਰਦੇ ਪਏ ਸੀ। ਇਹ ਜਿਹੜੀ ਅਸਲ ਵਿੱਚ ਹੁੰਦੀ ਕੀ ਹੈ, ਥਿਕ ਕੋਰਡ ਆਫ ਨਰਵ ਟਿਸ਼ੂ। ਜਿਹੜੀਆਂ ਨਰਵਜ਼ ਹੈਗੀਆਂ ਆ ਉਹਨਾਂ ਦੀ ਇੱਕ ਕੋਰਡ ਟਾਈਪ, ਇੱਕ ਲੰਬੀ ਅਤੇ ਪਤਲੀ ਜਿਹੜੀ ਕਹਿ ਸਕਦੇ ਜਿਸ ਤਰ੍ਹਾਂ ਰੱਸੀ ਹੁੰਦੀ ਹੈ, ਇਸ ਤਰ੍ਹਾਂ ਦੀ ਇੱਕ ਲੰਬੀ ਪਤਲੀ ਰੱਸੀ ਜਿਹੜੀ ਦਿਮਾਗ ਤੋਂ ਸ਼ੁਰੂ ਹੋ ਕੇ ਅਤੇ ਐਂਡ ਤੱਕ ਜਾਂਦੀ ਹੈ। ਅਤੇ ਇਹਦੇ ਤੋਂ ਹੀ ਸਾਰੀਆਂ ਨਰਵਜ਼, ਤੁਸੀਂ ਆ ਪਿਕਚਰ ਦੇ ਵਿੱਚ ਦੇਖ ਸਕਦੇ ਹੋ, ਇਹਦੇ ਤੋਂ ਹੀ ਸਾਰੀਆਂ ਨਰਵਜ਼ ਜਿਹੜੀਆਂ ਅਟੈਚ ਹੁੰਦੀਆਂ ਆ ਅਤੇ ਆਪਣੇ ਮੈਸੇਜ ਜਿਹੜੇ ਆ ਉਹ ਦਿਮਾਗ ਤੱਕ ਪਹੁੰਚਾਉਂਦੀਆਂ ਆ ਅਤੇ ਇਹਦੇ ਤੋਂ ਹੀ ਲੈ ਕੇ ਵਾਪਸ ਜਿਹੜੇ ਬੋਡੀ ਪਾਰਟਸ ਹੈਗੇ ਆ ਉਹਨਾਂ ਤੱਕ ਵਾਪਸ ਲੈ ਕੇ ਆਉਂਦੀਆਂ। Spinal cord is responsible for the transfer of information between brain and the rest of the body. If it even controls the actions that do not involve the brain. ਕਈ ਇਸ ਤਰ੍ਹਾਂ ਦੇ ਐਕਸ਼ਨ ਜਿਹੜੇ ਹੈਗੇ ਆ ਜਿਨ੍ਹਾਂ ਵਿੱਚ ਦਿਮਾਗ ਜਿਹੜੀ ਆ ਉਹਦੀ ਸ਼ਮੂਲੀਅਤ ਵੀ ਨਹੀਂ ਹੁੰਦੀ, ਉਹ ਵੀ ਜਿਹੜੇ ਐਕਸ਼ਨ ਆ ਉਹ ਸਾਡੀ ਸਪਾਈਨਲ ਕੋਰਡ ਹੀ ਆਪਣੇ ਆਪ ਹੀ ਕੰਟਰੋਲ ਕਰ ਲੈਂਦੀ ਹੈ। ਜਿਸ ਤਰ੍ਹਾਂ ਕਿ ਸਾਡੇ ਜੇ ਕੋਈ ਕੰਡਾ ਚੁੱਭਾ ਆ, ਅਚਾਨਕ ਚਲਦੇ ਚਲਦੇ ਸਾਡੇ ਪੈਰ 'ਤੇ ਕੋਈ ਸੱਟ ਲੱਗ ਗਈ ਜਾਂ ਅਸੀਂ ਸੱਪ ਦੇਖ ਲਿਆ, ਅਸੀਂ ਪਿੱਛੇ ਹਟਦੇ ਹਾਂ ਅਤੇ ਉਹ ਜਿਹੜਾ ਐਕਸ਼ਨ ਆ ਉਹ ਸਾਡਾ ਕੌਣ ਕੰਟਰੋਲ ਕਰਦਾ ਆ? ਬ੍ਰੇਨ ਨਹੀਂ ਕਰਦਾ। ਉਹ ਐਕਸ਼ਨ ਜਿਹੜਾ ਕਰਦਾ ਸਾਡਾ ਕੰਟਰੋਲ ਕਰਦੀ ਹੈਗੀ ਹੈ ਸਾਡੀ ਜਿਹੜੀ ਸਪਾਈਨਲ ਕੋਰਡ। ਸੱਚ ਐਕਸ਼ਨਸ ਆਰ ਕਾਲਡ ਰਿਫਲੈਕਸ ਐਕਸ਼ਨ। ਇਹੋ ਜਿਹੇ ਐਕਸ਼ਨਸ ਨੂੰ ਆਪਾਂ ਕਹਿ ਦਿੰਦੇ ਹਾਂ ਰਿਫਲੈਕਸ ਐਕਸ਼ਨ, ਜਿਹੜੇ ਦਿਮਾਗ ਨਹੀਂ ਕੰਟਰੋਲ ਕਰਦਾ, ਸਾਡੀ ਜਿਹੜੀ ਆ ਸਪਾਈਨਲ ਕੋਰਡ ਉਹ ਕੰਟਰੋਲ ਕਰਦੀ ਹੈ। ਇਹਨਾਂ ਦੇ ਬਾਰੇ ਬਾਅਦ 'ਚ ਪੜ੍ਹਾਂਗੇ ਆਪਾਂ। ਪਹਿਲਾਂ ਪੜ੍ਹਦੇ ਹਾਂ ਨਰਵਜ਼ ਬਾਰੇ। ਨਰਵਜ਼ ਕਿਹੜੀਆਂ ਟਾਈਪ ਦੀਆਂ ਨਰਵਜ਼ ਆ? ਇਹ ਨੈਟਵਰਕ ਆਫ ਨਰਵਜ਼ ਰਨ ਥਰੂ ਆਊਟ ਦ ਬੋਡੀ। ਸਾਡੀ ਬੋਡੀ ਦੇ ਵਿੱਚ ਇੱਕ ਨੈਟਵਰਕ ਦੀ ਤਰ੍ਹਾਂ, ਜਿਸ ਤਰ੍ਹਾਂ ਇੰਟਰਨੈਟ ਪੂਰੇ ਵਰਲਡ ਦੇ ਵਿੱਚ ਫੈਲਿਆ ਹੋਇਆ, ਉਸੇ ਤਰ੍ਹਾਂ ਸਾਡੀਆਂ ਜਿਹੜੀਆਂ ਨਰਵਜ਼ ਆ ਉਹ ਵੀ ਇੱਕ ਨੈਟਵਰਕ ਦੀ ਤਰ੍ਹਾਂ ਸਾਡੀ ਬੋਡੀ ਦੇ ਵਿੱਚ ਫੈਲੀਆਂ ਹੋਈਆਂ। ਇਹ ਹਰੇਕ ਜਗ੍ਹਾ 'ਤੇ ਮੈਸੇਜ ਲੈ ਕੇ ਜਾਂਦੀਆਂ ਅਤੇ ਲੈ ਕੇ ਵੀ ਆਉਂਦੀਆਂ ਬ੍ਰੇਨ ਤੱਕ ਅਤੇ ਸਪਾਈਨਲ ਕੋਰਡ ਤੱਕ। ਫਿਰ ਸਪਾਈਨਲ ਕੋਰਡ ਜਿਹੜੀ ਆ ਬ੍ਰੇਨ ਤੋਂ ਮੈਸੇਜ ਲੈ ਕੇ ਵਾਪਸ ਜਿਹੜੇ ਆ ਉਸੇ ਬੋਡੀ ਪਾਰਟ ਨੂੰ ਕਨਵੇ ਕਰਦੀ ਹੈ ਕਿ ਤੁਸੀਂ ਹੁਣ ਇਸ ਤਰ੍ਹਾਂ ਕਰਨਾ। there are 3 types of nerves। 3 ਤਰ੍ਹਾਂ ਦੀਆਂ ਨਰਵਜ਼ ਹੁੰਦੀਆਂ। ਸਭ ਤੋਂ ਪਹਿਲਾਂ ਹੈਗੀਆਂ ਜੀ ਸੈਂਸਰੀ ਨਰਵਜ਼। ਸੈਂਸਰੀ ਨਰਵਜ਼ ਕੈਰੀ ਮੈਸੇਜ ਫਰੋਮ ਦ ਡਿਫਰੈਂਟ ਪਾਰਟਸ ਆਫ ਬੋਡੀ ਟੂ ਬ੍ਰੇਨ ਔਰ ਸਪਾਈਨਲ ਕੋਰਡ। ਹੁਣ ਜਿਹੜੀਆਂ ਸੈਂਸਰੀ ਨਰਵਜ਼ ਹੁੰਦੀਆਂ ਆ ਇਹ ਮੈਸੇਜ ਲੈ ਕੇ ਆਉਂਦੀਆਂ ਆ ਕਾਹਦੇ ਤੱਕ? ਬ੍ਰੇਨ ਤੱਕ ਜਾਂ ਫਿਰ ਸਪਾਈਨਲ ਕੋਰਡ ਤੱਕ। ਫਿਰ ਦੂਸਰੀ ਟਾਈਪ ਦੀਆਂ ਨਰਵਜ਼ ਹੈਗੀਆਂ ਮੋਟਰ ਨਰਵਜ਼। ਮੋਟਰ ਨਰਵਜ਼ ਜਿਹੜੀਆਂ ਆ ਉਹ ਬ੍ਰੇਨ ਤੋਂ ਜਾਂ ਸਪਾਈਨਲ ਕੋਰਡ ਤੋਂ ਮੈਸੇਜ ਦੂਸਰੇ ਬੋਡੀ ਪਾਰਟਸ ਤੱਕ ਲੈ ਕੇ ਜਾਂਦੀਆਂ। ਮਿਕਸਡ ਨਰਵਜ਼ ਜਿਹੜੀਆਂ ਹੁੰਦੀਆਂ ਆ ਇਹ 2 ਵੇ ਫੰਕਸ਼ਨ ਕਰਦੀਆਂ, ਮਤਲਬ ਇਹ ਲੈ ਕੇ ਵੀ ਆਉਂਦੀਆਂ ਮੈਸੇਜ ਅਤੇ ਵਾਪਸ ਲੈ ਕੇ ਵੀ ਜਾਂਦੀਆਂ। ਨੈਕਸਟ ਇਜ਼ ਰਿਫਲੈਕਸ ਐਕਸ਼ਨਸ। ਰਿਫਲੈਕਸ ਐਕਸ਼ਨ ਜਿਹੜੇ ਆ ਉਹ ਕੀ ਹੁੰਦਾ ਆ ਕਿ ਜਦੋਂ ਸਾਡੇ ਨਾਲ ਕੋਈ ਐਕਸੀਡੈਂਟ ਹੁੰਦਾ ਆ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਸਾਡੀ ਬੋਡੀ ਨੂੰ ਕਿ ਐਟ ਏ ਟਾਈਮ ਹੀ ਐਕਸ਼ਨ ਲੈਣ ਦੀ ਲੋੜ ਹੁੰਦੀ ਹੈ ਕਿ ਬ੍ਰੇਨ ਤੱਕ ਮੈਸੇਜ ਜਾਣ ਦਾ ਵੀ ਸਮਾਂ ਨਹੀਂ ਹੁੰਦਾ। ਉਸ ਟਾਈਮ 'ਤੇ ਜਿਹੜਾ ਸਾਡਾ ਸਪਾਈਨਲ ਕੋਰਡ ਹੈਗਾ ਉਹ ਆਪਣੇ ਆਪ ਹੀ ਐਕਸ਼ਨ ਲੈਂਦਾ ਅਤੇ ਉਸ ਐਕਸ਼ਨ ਨੂੰ ਆਪਾਂ ਰਿਫਲੈਕਸ ਐਕਸ਼ਨ ਕਹਿੰਦੇ ਹਾਂ। ਇਹਦੀ ਡੈਫੀਨੇਸ਼ਨ ਹੈ ਜੀ, ਦ ਆਟੋਮੈਟਿਕ ਰਿਸਪੋਂਸ ਆਫ ਆਵਰ ਬੋਡੀ ਟੂ ਅ ਪਰਟੀਕੂਲਰ ਸਟਿਮੂਲਸ ਇਜ਼ ਕਾਲਡ ਰਿਫਲੈਕਸ ਐਕਸ਼ਨ। ਕਿਸੇ ਵੀ ਤਰ੍ਹਾਂ ਦਾ ਕੋਈ ਆਪਣੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਚੀਜ਼ ਆ ਜਾਂਦੀ ਹੈ ਜਿਹੜੀ ਜਿੱਥੋਂ ਅਸੀਂ ਡਰ ਗਏ ਹਾਂ ਜਾਂ ਫਿਰ ਸਾਡੀ ਬੋਡੀ ਨੂੰ ਨੁਕਸਾਨ ਕਰ ਸਕਦੀ ਹੈ, ਉਹਨੂੰ ਆਪਾਂ ਸਟਿਮੂਲਸ ਕਹਿੰਦੇ ਹਾਂ। ਕੋਈ ਇਸ ਤਰ੍ਹਾਂ ਦੀ ਸੰਭਾਵਿਤ ਚੀਜ਼
ਅਤੇ ਉਹਦੇ ਤੋਂ ਆਪਾਂ ਬਚਣ ਵਾਸਤੇ ਜਿਹੜਾ ਪ੍ਰਤੀਕਿਰਿਆ ਜਿਹੜੀ ਅਸੀਂ ਕਰਦੇ ਹਾਂ, ਸਾਡੀ ਬੋਡੀ ਜਿਹੜੀ ਪ੍ਰਤੀਕਿਰਿਆ ਕਰਦੀ ਆ ਆਟੋਮੈਟਿਕ ਹੀ ਹੁੰਦੀ ਹੈ, ਸਾਡੇ ਬ੍ਰੇਨ ਤੋਂ ਪੁੱਛੇ ਬਿਨਾਂ ਹੁੰਦੀ ਹੈ, ਉਸ ਨੂੰ ਕਹਿੰਦੇ ਹਾਂ ਆਪਾਂ ਰਿਫਲੈਕਸ ਐਕਸ਼ਨ। ਇਹਦਾ ਐਗਜ਼ਾਮਪਲ ਹੈਗਾ ਜੀ, ਜਿਵੇਂ ਇੱਕ ਗਲਾਸ ਹੈਗਾ ਆ ਅਤੇ ਉਹ ਬਹੁਤ ਜ਼ਿਆਦਾ ਗਰਮ ਆ, ਉਹਦੇ ਵਿੱਚ ਚਾਹ ਪਾਈ ਹੈ, ਚਾਹੇ ਦੁੱਧ ਪਾਇਆ, ਬਹੁਤ ਜ਼ਿਆਦਾ ਗਰਮ ਆ, ਸਾਨੂੰ ਪਤਾ ਨਹੀਂ ਸੀ, ਅਸੀਂ ਸਿੱਧਾ ਜਾ ਕੇ ਇਸ ਤਰ੍ਹਾਂ ਟੱਚ ਕਰ ਲਿਆ। ਜਿੱਦਾਂ ਅਸੀਂ ਟੱਚ ਕਰਾਂਗੇ ਸਾਨੂੰ ਗਰਮ ਲੱਗੇਗਾ, ਸਾਡਾ ਹੱਥ ਜਿਹੜਾ ਆਪਣੇ ਆਪ ਹੀ ਪਿੱਛੇ ਹੋ ਜਾਏਗਾ। ਉਹ ਕੀ ਹੈਗਾ ਆ? ਰਿਫਲੈਕਸ ਐਕਸ਼ਨ। ਸਾਡੇ ਬ੍ਰੇਨ ਤੱਕ ਮੈਸੇਜ ਜਾਣ ਤੋਂ ਪਹਿਲਾਂ ਸਾਡੀ ਜਿਹੜੀ ਸਪਾਈਨਲ ਕੋਰਡ ਆ ਉਹਨੇ ਆਟੋਮੈਟਿਕ ਹੀ ਸਾਨੂੰ ਦੱਸ ਦਿੱਤਾ ਕਿ ਹੱਥ ਜਿਹੜਾ ਉਹ ਸਾਨੂੰ ਪਿੱਛੇ ਕਰਨਾ ਚਾਹੀਦਾ, ਕਿਉਂਕਿ ਸਾਡੀ ਬੋਡੀ ਨੂੰ ਨੁਕਸਾਨ ਹੋ ਰਿਹਾ। ਹੁਣ ਜਿਵੇਂ ਇੱਥੇ ਅੱਗ ਦੀ ਐਗਜ਼ਾਮਪਲ ਦਿੱਤੀ ਹੈ, ਜੇ ਅੱਗ ਦੇ ਨਾਲ ਜਿਹੜਾ ਸਾਡਾ ਹੱਥ ਟੱਚ ਕਰ ਗਿਆ, ਸਾਡੀ ਜਿਹੜੀ ਸਪਾਈਨਲ ਕੋਰਡ ਆ ਇੱਥੋਂ ਮੈਸੇਜ ਜਾਏਗਾ, ਸਪਾਈਨਲ ਕੋਰਡ ਨੇ ਹੀ ਵਾਪਸ ਰਿਸਪੌਂਸ ਕਰ ਦੇਣਾ ਕਿ ਜਿਹੜਾ ਹੱਥ ਹੈ ਇਹਨੂੰ ਵਾਪਸ ਪਿੱਛੇ ਨੂੰ ਖਿੱਚਿਆ ਜਾਵੇ, ਤਾਂ ਕਿ ਜਿਹੜਾ ਬੋਡੀ ਪਾਰਟ ਆ ਉਹਨੂੰ ਬਚਾਇਆ ਜਾ ਸਕੇ। ਦੀਜ਼ ਆਰ ਰਿਫਲੈਕਸ ਐਕਸ਼ਨ। ਅਤੇ ਇਸ ਤਰ੍ਹਾਂ ਇਹ ਵਰਕ ਕਰਦੇ ਆ। ਬਾਅਦ ਵਿੱਚ ਬ੍ਰੇਨ ਤੱਕ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ, ਬਟ ਜਿਹੜਾ ਐਟ ਏ ਟਾਈਮ ਜਿਹੜਾ ਐਕਸ਼ਨ ਲਿਆ ਜਾਂਦਾ ਆ ਉਹ ਸਾਡੇ ਸਪਾਈਨਲ ਕੋਰਡ ਦੇ ਰਾਹੀਂ ਹੀ ਲਿਆ ਜਾਂਦਾ। ਓਕੇ ਜੀ।